ਹੈਲੋ एवरीवन। ਅੱਜ ਅਸੀਂ ਕਰਾਂਗੇ ਕਲਾਸ 11ਵੀਂ ਦਾ ਕਵਿਤਾ ਭਾਗ। ਅੱਜ ਅਸੀਂ ਕਰਾਂਗੇ ਕਵਿਤਾ ਆਰਤੀ ਜੋ ਕਿ शिव कुमार बटालवी द्वारा लिखी गई है। कविता का नाम है आरती। ये कविता बच्चों महान कर्मयोगी गुरु गोबिंद सिंह जी ਨੂੰ ਸੰਬੋਧਿਤ है। इस कविता ਵਿੱਚ कवि ਨੂੰ गुरु जी ਦੇ ਉੱਚੀ ਕਰਨੀ ਨਾਲ ਭਰਪੂਰ ਜੀਵਨ ਦੇ ਮੁਕਾਬਲੇ ਆਪਣੇ ਥੋਥੇ ਜੀਵਨ ਦਾ ਅਹਿਸਾਸ ਦੁਖੀ ਕਰਦਾ ਹੈ। ਕਵੀ ਅਨੁਭਵ ਕਰਦਾ ਹੈ ਕਿ ਜਿੰਨਾ ਚਿਰ ਮਨੁੱਖ ਆਪਣੇ ਜੀਵਨ ਤੇ ਆਦਰਸ਼ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਉੱਚ ਕਰਨੀ ਵਾਲੇ ਤੇ ਕਰਮਯੋਗੀ ਜੀਵਨ ਅਨੁਸਾਰ ਨਹੀਂ ਢਾਲ ਲੈਂਦਾ, ਉਹਨਾਂ ਚਿਰ ਉਹ ਉਹਨਾਂ ਦੀ ਆਰਤੀ ਦਾ ਢੁਕਵਾਂ ਗੀਤ ਗਾਉਣ ਦੇ ਸਮਰੱਥ ਨਹੀਂ ਹੋ ਸਕਦਾ। ਸ਼ੁਰੂ ਕਰਦੇ ਹਾਂ ਆਪਾਂ ਕਵਿਤਾ। ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ, ਮੈਂ ਕਿਹੜੇ ਸ਼ਬਦ ਦੇ ਬੂਹੇ 'ਤੇ ਮੰਗਣ ਗੀਤ ਅੱਜ ਜਾਵਾਂ, ਜੋ ਤੈਨੂੰ ਕਰਨ ਲਈ ਭੇਟਾ ਮੈਂ ਤੇਰੇ ਦੁਆਰ 'ਤੇ ਆਵਾਂ। ਕਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਿਤ ਕਰਦਾ ਹੋਇਆ ਕਹਿੰਦਾ ਹੈ ਕਿ ਉਹਨਾਂ ਦੇ ਮਹਾਨ ਕਰਮਯੋਗੀ ਜੀਵਨ ਨੂੰ ਦੇਖ ਕੇ ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਸ ਹੰਝੂ ਦਾ ਦੀਵਾ ਬਾਲ ਕੇ ਉਹਨਾਂ ਦੀ ਆਰਤੀ ਗਾਵੇ। ਕਵੀ ਦਾ ਭਾਵ ਹੈ ਕਿ ਗੁਰੂ ਜੀ ਦੇ ਜੀਵਨ ਵਿੱਚ ਭਾਵੇਂ ਦੁੱਖ ਹੀ ਦੁੱਖ ਆਏ, ਪਰ ਉਹਨਾਂ ਨੇ ਆਪਣੀ ਅੱਖਾਂ ਵਿੱਚੋਂ ਅਥਰੂ ਨਹੀਂ ਸਨ ਕੇਰੇ। ਪਰ ਕਵੀ ਦੁੱਖ ਵਿੱਚ ਕੇਵਲ ਅਥਰੂ ਹੀ ਕੇਰ ਸਕਦਾ ਹੈ। ਉਸ ਨੂੰ ਜਾਪਦਾ ਹੈ ਕਿ ਗੁਰੂ ਜੀ ਦੀ ਆਰਤੀ ਗਾਉਣ ਲਈ ਉਸ ਦਾ ਇੱਕ ਅਥਰੂ ਵੀ ਯੋਗ ਨਹੀਂ ਹੈ। ਇਸ ਕਰਕੇ ਅਥਰੂ ਕੇਵਲ ਕੇਰਨ ਵਾਲਾ ਕਵੀ ਆਪਣੇ ਆਪ ਨੂੰ ਗੁਰੂ ਜੀ ਦੀ ਆਰਤੀ ਦਾ ਗੀਤ ਗਾਉਣ ਤੋਂ ਵੀ ਅਸਮਰੱਥ ਸਮਝਦਾ ਹੈ। ਫਿਰ ਉਸ ਨੂੰ ਇਹ ਵੀ ਸਮਝ ਨਹੀਂ ਆਉਂਦੀ ਕਿ ਉਹ ਕਿਹੜੇ ਸ਼ਬਦ ਦੇ ਬੂਹੇ ਉੱਤੇ ਜਾ ਕੇ ਗੁਰੂ ਜੀ ਦੀ ਢੁੱਕਵੀਂ ਉਸਤਤ ਨਾਲ ਭਰਿਆ ਗੀਤ ਮੰਗਣ ਲਈ ਜਾਵੇ। ਇਸ ਨੂੰ ਭੇਟ ਕਰਨ ਲਈ ਉਹ ਉਹਨਾਂ ਦੇ ਦੁਆਰ ਉੱਤੇ ਪੁੱਜੇ। ਉਹ ਅਨੁਭਵ ਕਰਦਾ ਹੈ ਕਿ ਉਹਦੀ ਸਿੱਖੀ ਹੋਈ ਬੋਲੀ ਵਿੱਚ ਅਜਿਹੇ ਸ਼ਬਦ ਨਹੀਂ ਜੋ ਗੁਰੂ ਜੀ ਦੀ ਸਹੀ ਉਸਤਤ ਗਾ ਸਕਦੇ ਹੋਣ। ਅੱਗੇ ਕਵੀ ਕਹਿੰਦਾ ਹੈ, ਮੇਰਾ ਕੋਈ ਗੀਤ ਨਹੀਂ ਐਸਾ ਜੋ ਤੇਰੇ ਮੇਚ ਆ ਜਾਵੇ, ਭਰੇ ਬਾਜ਼ਾਰ ਵਿੱਚ ਜਾ ਕੇ ਜੋ ਆਪਣਾ ਸਿਰ ਕਟਾ ਆਵੇ, ਜੋ ਆਪਣੇ ਸੋਲ ਛਿੰਦੇ ਬੋਲ ਨੀਹਾਂ ਵਿੱਚ ਚਿਣਾ ਆਵੇ, ਤੇ ਹਾਏ ਸ਼ਬਦ ਨੂੰ ਤਲਵਾਰ ਦਾ ਪਾਣੀ ਪਿਆ ਆਵੇ। ਇਹਨਾਂ ਸਤਰਾਂ ਵਿੱਚ ਕਵੀ ਅਨੁਭਵ ਕਰਦਾ ਹੈ ਕਿ ਉਹ ਆਪ ਤਾਂ ਦੁੱਖ ਵਿੱਚ ਅਥਰੂ ਕੇਰਨ ਵਾਲਾ ਹੈ, ਜਿਸ ਕਰਕੇ ਉਹ ਉਸ ਦੇ ਗੀਤਾਂ ਵਿੱਚ ਗੁਰੂ ਜੀ ਵਰਗੇ ਮਹਾਨ ਕਰਮਯੋਗੀ ਦੀ ਸਹੀ ਉਸਤਤ ਕਰਨ ਵਾਲੇ ਸ਼ਬਦ ਅਤੇ ਸ਼ਕਤੀ ਨਹੀਂ ਹੈ। ਕਵੀ ਕਹਿੰਦਾ ਹੈ ਕਿ ਉਸ ਦੇ ਦੁੱਖ ਵਿੱਚ ਅਥਰੂ ਕੇਰਨ ਵਾਲਾ ਕਵੀ ਹੋਣ ਕਰਕੇ ਉਸ ਦਾ ਇੱਕ ਵੀ ਗੀਤ ਅਜਿਹਾ ਨਹੀਂ ਜੋ ਗੁਰੂ ਜੀ ਵਰਗੇ ਮਹਾਨ ਕਰਮਯੋਗੀ ਅਤੇ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਵਿਅਕਤੀਤਵ ਦੀ ਮਹਾਨਤਾ ਨੂੰ ਪਹੁੰਚ ਸਕੇ। ਉਸ ਦਾ ਕੋਈ ਗੀਤ ਅਜਿਹੀ ਸਥਿਤੀ ਵਿੱਚ ਨਹੀਂ ਉਪਜਿਆ ਜਿਸ ਸਥਿਤੀ ਵਿੱਚ ਵਿਚਰਦਿਆਂ ਗੁਰੂ ਜੀ ਨੇ ਆਪਣੇ ਪਿਤਾ ਨੂੰ ਭਰੇ ਬਾਜ਼ਾਰ ਵਿੱਚ ਆਪਣਾ ਸਿਰ ਕਟਾਉਣ ਲਈ ਭੇਜ ਦਿੱਤਾ ਸੀ, ਆਪਣੇ ਸੋਲ ਪਿਆਰੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਸੀ, ਚਮਕੌਰ ਦੀ ਗੜੀ ਵਿੱਚ ਜੰਗ ਵਿੱਚ ਭੇਜੇ ਆਪਣੇ ਬੱਚਿਆਂ ਦੇ ਪਾਣੀ ਸ਼ਬਦ ਉਚਾਰਨ ਅਤੇ ਉਹਨਾਂ ਨੂੰ ਤਲਵਾਰ ਦਾ ਪਾਣੀ ਪੀਣ ਲਈ ਭੇਜ ਦਿੱਤਾ ਸੀ। ਇਸ ਕਰਕੇ ਕਵੀ ਅਨੁਭਵ ਕਰਦਾ ਹੈ ਕਿ ਉਸ ਦਾ ਕੋਈ ਵੀ ਗੀਤ ਗੁਰੂ ਜੀ ਦੀ ਉਸਤਤ ਨਹੀਂ ਗਾ ਸਕਦਾ। ਅੱਗੇ ਕਵੀ ਕਹਿੰਦਾ ਹੈ, ਜੇ ਲੁੱਟ ਆਵੇ ਤੇ ਮੁੜ ਵੀ ਯਾਰੜੇ ਦੇ ਸਥਰੀ ਗਾਵੇ, ਚਿੜੀ ਦੇ ਖੰਭ ਦੀ ਲਲਕਾਰ 100 ਬਾਜਾਂ ਨੂੰ ਖਾ ਜਾਵੇ, ਮੈਂ ਕਿੰਜ ਤਲਵਾਰ ਦੀ ਗਾਨੀ ਅੱਜ ਆਪਣੀ ਗੀਤ ਗਲ ਪਾਵਾਂ, ਮੇਰਾ ਹਰ ਗੀਤ ਬੁਜ਼ਦਿਲ ਹੈ, ਮੈਂ ਕਿਹੜਾ ਗੀਤ ਅੱਜ ਗਾਵਾਂ, ਮੈਂ ਕਿਹੜੇ ਬੋਲ ਦੀ ਭੇਟਾ ਲੈ ਤੇਰੇ ਦੁਆਰ 'ਤੇ ਆਵਾਂ। ਕਵੀ ਕਹਿੰਦਾ ਹੈ ਕਿ ਉਸ ਦੇ ਦੁੱਖ ਵਿੱਚ ਅਥਰੂ ਕੇਰਨ ਵਾਲਾ ਕਵੀ ਹੋਣ ਕਰਕੇ ਉਸ ਦਾ ਇੱਕ ਵੀ ਗੀਤ ਅਜਿਹਾ ਨਹੀਂ ਜੋ ਕਿ ਗੁਰੂ ਜੀ ਦੀ ਉਸਤਤ ਗਾ ਸਕੇ ਅਤੇ ਉਹਨਾਂ ਦੀ ਮਹਾਨਤਾ ਨੂੰ ਪਹੁੰਚ ਸਕੇ। ਉਸ ਦਾ ਇੱਕ ਵੀ ਗੀਤ ਅਜਿਹੀ ਸਥਿਤੀ ਵਿੱਚੋਂ ਨਹੀਂ ਉਪਜਿਆ ਜਿਸ ਵਿੱਚ ਗੁਰੂ ਜੀ ਸਾਰਾ ਕੁਝ ਲੁਟਾ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਭਟਕਦੇ ਸੱਥਰਾਂ ਉੱਪਰ ਲੇਟ ਕੇ ਵੀ ਪਿਆਰੇ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਰਹੇ ਸਨ। ਉਹਨਾਂ ਦੇ ਸੰਪਰਕ ਵਿੱਚ ਆਈ ਚਿੜੀ ਵੀ ਇੰਨੀ ਬਹਾਦਰ ਬਣ ਗਈ ਕਿ ਉਸ ਦੇ ਖੰਭ ਦੀ ਲਲਕਾਰ ਸੈਂਕੜੇ ਜ਼ਾਲਮਬਾਜ਼ਾਂ ਨੂੰ ਖਾ ਜਾਂਦੀ ਸੀ। ਕਵੀ ਦੇ ਗੀਤ ਤਾਂ ਰੋਣ ਧੋਣ ਦੀ ਸਥਿਤੀ ਵਿੱਚੋਂ ਉਪਜੇ ਹੋਏ ਅਤੇ ਬੁਜ਼ਦਿਲ ਹਨ। ਉਹ ਕਿਸ ਤਰ੍ਹਾਂ ਤਲਵਾਰ ਦੀ ਗਾਨੀ ਆਪਣੇ ਗੀਤਾਂ ਦੇ ਗਲ ਪਾ ਸਕਦਾ ਹੈ। ਉਸ ਦੇ ਗੀਤ ਗੁਰੂ ਜੀ ਦੀ ਮਹਾਨਤਾ ਦੇ ਮੇਚ ਨਹੀਂ ਹੋ ਸਕਦੇ।
ਉਸ ਨੂੰ ਸਮਝ ਨਹੀਂ ਆਉਂਦੀ ਕਿ ਗੁਰੂ ਜੀ ਦੀ ਉਸਤਤ ਵਿੱਚ ਕਿਹੜਾ ਗੀਤ ਗਾਵੇ। ਉਹ ਕਿਹੜੇ ਬੋਲ ਦੀ ਭੇਟਾ ਲੈ ਕੇ ਗੁਰੂ ਮਹਾਨ ਜੀ ਦੇ ਦਰ 'ਤੇ ਜਾਵੇ, ਕਿਉਂਕਿ ਉਸ ਦਾ ਆਪਣਾ ਜੀਵਨ ਗੁਰੂ ਜੀ ਵਰਗਾ ਮਹਾਨ ਨਹੀਂ ਹੈ, ਸਗੋਂ ਥੋਥਾ ਹੈ। ਅੱਗੇ ਕਵੀ ਕਹਿੰਦਾ ਹੈ, ਮੇਰੇ ਗੀਤਾਂ ਦੀ ਮਹਿਫਿਲ 'ਚ ਕੋਈ ਉਹ ਗੀਤ ਨਹੀਂ ਲੱਭਦਾ ਜੋ ਤੇਰੇ ਸੀਸ ਮੰਗਣ 'ਤੇ ਤੇਰੇ ਸਾਹਵੇਂ ਖੜਾ ਹੋਵੇ, ਜੋ ਮੈਲੇ ਹੋ ਚੁੱਕੇ ਲੋਹੇ ਨੂੰ ਆਪਣੇ ਖੂਨ ਵਿੱਚ ਧੋਵੇ। ਕਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਿਤ ਕਰਦਾ ਹੋਇਆ ਕਹਿੰਦਾ ਹੈ ਕਿ ਉਸ ਦੇ ਦੁੱਖ ਵਿੱਚ ਅਥਰੂ ਕੇਰਨ ਵਾਲਾ ਕਵੀ ਹੋਣ ਕਰਕੇ ਉਸ ਦੇ ਗੀਤਾਂ ਦੀ ਮਹਿਫਿਲ ਵਿੱਚ ਇੱਕ ਵੀ ਗੀਤ ਅਜਿਹਾ ਨਹੀਂ ਜੋ ਗੁਰੂ ਜੀ ਦੇ ਸੀਸ ਮੰਗਣ ਉੱਤੇ ਸੀਸ ਭੇਟ ਕਰਨ ਲਈ ਉਸ ਦੇ ਸਾਹਮਣੇ ਖੜਾ ਹੋ ਜਾਵੇ ਅਤੇ ਮੈਲੇ ਹੋ ਚੁੱਕੇ ਲੋਹੇ ਨੂੰ ਸਰੀਰ ਦੀ ਕੁਰਬਾਨੀ ਦੇ ਕੇ ਆਪਣੇ ਲਹੂ ਨਾਲ ਧੋ ਦੇਵੇ। ਅੱਗੇ ਕਵੀ ਕਹਿੰਦਾ ਹੈ ਕਿ ਜਿਸ ਦੀ ਮੌਤ ਪਿੱਛੋਂ ਉਸ ਨੂੰ ਕੋਈ ਸ਼ਬਦ ਨਾ ਰੋਵੇ, ਕਿ ਜਿਸ ਨੂੰ ਪੀੜਤਾ ਕਹਿ ਪੀੜ ਦਾ ਅਹਿਸਾਸ ਨਾ ਛੋਵੇ, ਜੋ ਲੋਹਾ ਪੀ ਸਕੇ ਉਹ ਗੀਤ ਕਿੱਥੋਂ ਲੈ ਕੇ ਮੈਂ ਆਵਾਂ, ਮੈਂ ਆਪਣੇ ਪੀੜ ਦੇ ਅਹਿਸਾਸ ਕੋਲੋਂ ਦੂਰ ਕਿੰਜ ਜਾਵਾਂ। ਕਵੀ ਕਹਿੰਦਾ ਹੈ ਕਿ ਉਸ ਦਾ ਇੱਕ ਵੀ ਗੀਤ ਅਜਿਹਾ ਨਹੀਂ ਜਿਹੜਾ ਉਸ ਸਥਿਤੀ ਵਿੱਚ ਉਪਜਿਆ ਹੋਵੇ ਜਿਸ ਸਥਿਤੀ ਵਿੱਚੋਂ ਗੁਰੂ ਜੀ ਦੇ ਸਿੱਖ ਉਪਜੇ ਸਨ, ਜਿਨ੍ਹਾਂ ਦੀ ਮੌਤ ਉੱਤੇ ਕੋਈ ਰੋਂਦਾ ਨਹੀਂ ਸੀ, ਸਗੋਂ ਉਸ ਦੇ ਵਾਰਿਸ ਉਸ ਨੂੰ ਹੱਕ ਸੱਚ ਦੀ ਰਾਖੀ ਲਈ ਸ਼ਹੀਦ ਹੋ ਗਿਆ ਸਮਝ ਕੇ ਫਖਰ ਮਹਿਸੂਸ ਕਰਦੇ ਸਨ ਅਤੇ ਗੁਰੂ ਜੀ ਦਾ ਭਾਣਾ ਮੰਨਦੇ ਸਨ। ਉਸ ਦਾ ਇੱਕ ਵੀ ਗੀਤ ਅਜਿਹਾ ਨਹੀਂ ਜਿਸ ਵਿੱਚ ਗੁਰੂ ਜੀ ਦੇ ਸਿੱਖ ਉਪਜੇ ਸਨ ਜੋ ਕਿ ਦੁੱਖ ਪੀੜ ਦਾ ਅਹਿਸਾਸ ਵੀ ਨਹੀਂ ਸਨ ਕਰਦੇ। ਉਸ ਕੋਲ ਅਜਿਹਾ ਕੋਈ ਗੀਤ ਨਹੀਂ ਜਿਸ ਵਿੱਚ ਦੁਸ਼ਟਾਂ ਦੋਖੀਆਂ ਨਾਲ ਲੋਹਾ ਲੈਣ 'ਤੇ ਕੁਰਬਾਨੀ ਕਰਨ ਦਾ ਚਾਅ ਹੋਵੇ। ਉਹ ਸਮਝਦਾ ਹੈ ਕਿ ਉਸ ਨੂੰ ਉਹ ਗੀਤ ਕਿਤਿਓਂ ਨਹੀਂ ਮਿਲ ਸਕਦਾ ਜੋ ਗੁਰੂ ਸਾਹਿਬ ਜੀ ਦੀ ਮਹਾਨਤਾ ਦੇ ਮੇਲ 'ਚ ਆਵੇ। ਉਸ ਨੂੰ ਆਪਣੀ ਇਸ ਅਸਮਰੱਥਾ ਦਾ ਬੜਾ ਦੁੱਖ ਹੈ ਅਤੇ ਉਹ ਇਸ ਦੁੱਖ ਦੇ ਅਹਿਸਾਸ ਤੋਂ ਦੂਰ ਨਹੀਂ ਜਾ ਸਕਦਾ। ਅੱਗੇ ਕਵੀ ਕਹਿੰਦਾ ਹੈ, ਮੈਂ ਤੇਰੀ ਉਸਤਤੀ ਦਾ ਗੀਤ ਚਾਹੁੰਦਾ ਹਾਂ ਕਿ ਉਹ ਹੋਵੇ ਜਿਸ ਦੇ ਹੱਥ ਸੱਚ ਦੀ ਤਲਵਾਰ ਅਤੇ ਨੈਣਾਂ 'ਤੇ 'ਚ ਰੋਹ ਹੋਵੇ, ਜਿੰਦੇ ਵਿੱਚ ਵਤਨ ਦੀ ਮਿੱਟੀ ਲਈ ਅੰਤਾਂ ਦਾ ਮੋਹ ਹੋਵੇ, ਜਿਹਦੇ ਵਿੱਚ ਲਹੂ ਤੇਰੇ ਦੀ ਰਲੀ ਲਾਲੀ ਤੇ ਲੋਹ ਹੋਵੇ। ਮੈਂ ਆਪਣੇ ਲਹੂ ਦਾ ਕਿਸੇ ਗੀਤ ਨੂੰ ਟਿਕਾ ਕਿਵੇਂ ਲਾਵਾਂ, ਮੈਂ ਬੁਜ਼ਦਿਲ ਗੀਤ ਲੈ ਕੇ ਕਿਸ ਤਰ੍ਹਾਂ ਤੇਰੇ ਦੁਆਰ 'ਤੇ ਆਵਾਂ। ਕਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਉਹਨਾਂ ਦੀ ਉਸਤਤ ਵਿੱਚ ਇਹੋ ਜਿਹਾ ਗੀਤ ਗਾਵੇ ਕਿ ਜਿਹੜੀਆਂ ਕੁਰਬਾਨੀਆਂ ਭਰੇ ਅਮਲੀ ਜੀਵਨ ਵਿੱਚੋਂ ਉਪਜਿਆ ਹੋਵੇ। ਉਹ ਚਾਹੁੰਦਾ ਹੈ ਕਿ ਉਸ ਦੇ ਹੱਥ ਵਿੱਚ ਗੁਰੂ ਜੀ ਵਾਂਗ ਹੀ ਸੱਚ ਦੀ ਤਲਵਾਰ ਅਤੇ ਨੈਣਾਂ ਵਿੱਚ ਜ਼ਬਰ ਜ਼ੁਲਮ ਦੇ ਖਿਲਾਫ ਰੋਹ ਭਰਿਆ ਹੋਵੇ। ਉਸ ਵਿੱਚ ਦੇਸ਼ ਦੀ ਮਿੱਟੀ ਲਈ ਬੇਹੱਦ ਪਿਆਰ ਭਰਿਆ ਹੋਵੇ। ਉਸ ਵਿੱਚ ਗੁਰੂ ਜੀ ਦੇ ਲਹੂ ਦੀ ਲਾਲੀ ਅਤੇ ਲੋਹ ਰਲੀ ਹੋਵੇ, ਅਰਥਾਤ ਉਹ ਗੁਰੂ ਜੀ ਦੇ ਜੀਵਨ ਅਤੇ ਆਦਰਸ਼ਾਂ ਅਨੁਸਾਰ ਹੀ ਢਲਿਆ ਹੋਇਆ ਹੱਕ ਸੱਚ ਲਈ ਕੁਰਬਾਨੀਆਂ ਕਰਨ ਵਾਲਾ ਹੋਵੇ। ਉਹ ਆਪਣੇ ਦੁੱਖਾਂ ਪੀੜਾਂ ਕਾਰਨ ਰੋਣ ਧੋਣ ਵਾਲੇ ਲਹੂ ਦਾ ਟਿਕਾ ਲਾਵੇ। ਟਿਕਾ ਕਿਸੇ ਗੀਤ ਨੂੰ ਨਹੀਂ ਲਾ ਸਕਦਾ। ਉਹ ਆਪਣੇ ਬੁਜ਼ਦਿਲ ਗੀਤ ਨੂੰ ਲੈ ਕੇ ਗੁਰੂ ਜੀ ਦੇ ਦੁਆਰ ਉੱਤੇ ਨਹੀਂ ਜਾ ਸਕਦਾ। ਅੱਗੇ ਕਵੀ ਕਹਿੰਦਾ ਹੈ, ਮੈਂ ਚਾਹੁੰਦਾ ਇਸ ਤੋਂ ਪਹਿਲਾਂ ਕਿ ਤੇਰੀ ਆਰਤੀ ਗਾਵਾਂ, ਮੈਂ ਮੈਲੇ ਸ਼ਬਦ ਧੋ ਕੇ ਜੀਵ ਦੀ ਕਿੱਲੀ 'ਤੇ ਪਾ ਆਵਾਂ, ਤੇ ਮੈਲੇ ਸ਼ਬਦ ਸੁੱਕਣ ਤੀਕ ਤੇਰੀ ਹਰ ਪੈੜ ਚੁੰਮ ਆਵਾਂ, ਤੇਰੀ ਹਰ ਪੈੜ 'ਤੇ ਹੰਝੂ ਦਾ ਇੱਕ ਸੂਰਜ ਜਗਾ ਆਵਾਂ, ਮੈਂ ਲੋਹਾ ਪੀਣ ਦੀ ਆਦਤ ਜ਼ਰਾ ਗੀਤਾਂ ਨੂੰ ਪਾ ਆਵਾਂ। ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਿਤ ਕਰਦਾ ਹੋਇਆ ਕਵੀ ਕਹਿੰਦਾ ਹੈ ਕਿ ਉਹਨਾਂ ਦੀ ਉਸਤਤ ਭਰੀ ਆਰਤੀ ਦਾ ਗੀਤ ਗਾਉਣ ਤੋਂ ਪਹਿਲਾਂ ਆਪਣਾ ਜੀਵਨ ਉਹਨਾਂ ਦੇ ਜੀਵਨ ਅਤੇ ਆਦਰਸ਼ ਅਨੁਸਾਰ ਢਾਲਣਾ ਚਾਹੁੰਦਾ ਹੈ ਕਿ ਉਹ ਚਾਹੁੰਦਾ ਹੈ ਕਿ ਉਹ ਗੀਤ ਲਿਖਣ ਲਈ ਜਿਨ੍ਹਾਂ ਮੈਲੇ ਸ਼ਬਦਾਂ ਦੀ ਪਹਿਲਾਂ ਵਰਤੋਂ ਕਰਦਾ ਆਇਆ ਹੈ ਉਹਨਾਂ ਨੂੰ ਧੋ ਕੇ ਜੀਵ ਦੀ ਕਿੱਲੀ 'ਤੇ ਸੁੱਕਣੇ ਪਾ ਦੇਵੇ ਅਤੇ ਉਹਨਾਂ ਦੇ ਸੁੱਕ ਕੇ ਗੀਤ ਬਣਨ ਲਈ ਤਿਆਰ ਹੋਣ ਤੱਕ ਉਹ ਗੁਰੂ ਜੀ ਦੀ ਹਰ ਪੈੜ ਨੂੰ ਚੁੰਮ ਆਵੇ ਅਤੇ ਹਰ ਪੈੜ ਉੱਪਰ ਆਪਣੇ ਅਥਰੂ ਦਾ ਇੱਕ ਸੂਰਜ ਜਗਾ ਕੇ ਵਾਪਸ ਪਰਤੇ ਅਤੇ ਆਪਣੇ ਗੀਤਾਂ ਨੂੰ ਜੰਗ ਵਿੱਚ ਲੋਹਾ ਖੜਕਾਉਣ 'ਤੇ ਲੋਹਾ ਖਾਣ ਦੀ ਆਦਤ ਪਾ ਆਵੇ। ਅੱਗੇ ਕਵੀ ਕਹਿੰਦਾ ਹੈ, ਮੈਂ ਸ਼ਾਇਦ ਫਿਰ ਕੁਝ ਭੇਟਾ ਕਰਨ ਯੋਗ ਹੋ ਜਾਵਾਂ,
ਮੈਂ ਬੁਜ਼ਦਿਲ ਗੀਤ ਲੈ ਕੇ ਕਿਸ ਤਰ੍ਹਾਂ ਤੇਰੇ ਦੁਆਰ 'ਤੇ ਆਵਾਂ। ਮੈਂ ਕਿਹੜੇ ਸ਼ਬਦ ਤੇ ਦੇ ਬੂਹੇ 'ਤੇ ਮੰਗਣ ਗੀਤ ਅੱਜ ਜਾਵਾਂ। ਮੇਰਾ ਹਰ ਗੀਤ ਬੁਜ਼ਦਿਲ ਹੈ, ਮੈਂ ਕਿਹੜਾ ਗੀਤ ਅੱਜ ਗਾਵਾਂ। ਅਖੀਰ ਦੇ ਵਿੱਚ ਬੱਚਿਓ ਕਵੀ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਦਾ ਗੀਤ ਗਾਉਣ ਤੋਂ ਪਹਿਲਾਂ ਜੇਕਰ ਉਹ ਆਪਣੇ ਜੀਵਨ ਨੂੰ ਗੁਰੂ ਜੀ ਦੇ ਜੀਵਨ ਅਤੇ ਆਦਰਸ਼ਾਂ ਅਨੁਸਾਰ ਢਾਲ ਲਵੇ ਅਤੇ ਉਸ ਵਿੱਚ ਕੁਰਬਾਨੀ ਕਰਨ ਦੀ ਭਾਵਨਾ ਪੈਦਾ ਹੋ ਜਾਵੇ ਤਾਂ ਫਿਰ ਸ਼ਾਇਦ ਉਹ ਆਪਣਾ ਗੀਤ ਉਹਨਾਂ ਦੇ ਅੱਗੇ ਭੇਟ ਕਰਨ ਦੇ ਯੋਗ ਹੋਵੇ। ਉਹ ਬੁਜ਼ਦਿਲ ਗੀਤ ਲੈ ਕੇ ਉਹਨਾਂ ਦੇ ਦੁਆਰ ਉੱਤੇ ਨਹੀਂ ਜਾ ਸਕਦਾ। ਉਂਝ ਉਸ ਨੂੰ ਕੁਝ ਸਮਝ ਨਹੀਂ ਆਉਂਦੀ ਕਿ ਉਹ ਕਿਹੜੇ ਸ਼ਬਦ ਦੇ ਬੂਹੇ ਉੱਤੇ ਜਾ ਕੇ ਗੁਰੂ ਜੀ ਦੀ ਢੁਕਵੀਂ ਉਸਤਤ ਨਾਲ ਭਰਿਆ ਗੀਤ ਮੰਗਣ ਲਈ ਜਾਵੇ। ਇਸ ਨੂੰ ਉਹ ਉਹਨਾਂ ਅੱਗੇ ਭੇਟਾ ਕਰਨ ਲਈ ਲੈ ਕੇ ਜਾਵੇ। ਉਸ ਨੂੰ ਆਪਣੇ ਦੁੱਖਾਂ 'ਤੇ ਰੋਣ ਧੋਣ ਨਾਲ ਭਰੇ ਗੀਤ ਸਾਰੇ ਹੀ ਬੁਜ਼ਦਿਲ ਜਾਪਦੇ ਸਨ। ਇਹ ਸੀ ਬੱਚੋ ਕਵਿਤਾ ਆਰਤੀ, ਜੋ ਕਿ ਕਵੀ ਸ਼ਿਵ ਕੁਮਾਰ ਬਟਾਲਵੀ ਦੁਆਰਾ ਲਿਖੀ ਗਈ ਹੈ। ਇਸ ਵਿੱਚ ਕਵੀ ਨੇ ਇਸ ਕਵਿਤਾ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਿਤ ਕੀਤਾ ਹੈ ਅਤੇ ਉਹਨਾਂ ਨੇ ਦੱਸਿਆ ਹੈ ਕਿ ਉਹ ਸਮਝਦੇ ਨੇ ਕਿ ਉਹਨਾਂ ਦੇ ਜੋ ਸ਼ਬਦ ਨੇ, ਉਹਨਾਂ ਦੇ ਜੋ ਕਵਿਤਾਵਾਂ ਵਿੱਚ ਉਹਨਾਂ ਦੇ ਜੋ ਸ਼ਬਦ ਨੇ, ਉਹਨਾਂ ਦੀ ਕਵਿਤਾਵਾਂ ਦੀਆਂ ਜੋ ਲਾਈਨਾਂ ਨੇ, ਉਹ ਗੁਰੂ ਜੀ ਦੀ ਉਸਤਤ ਦੇ ਗਾਉਣ ਯੋਗ ਨਹੀਂ ਹਨ। ਗੁਰੂ ਜੀ ਬਹੁਤ ਹੀ ਜ਼ਿਆਦਾ ਉੱਚੇ ਸੁੱਚੇ ਮਹਾਨ ਵਿਅਕਤੀ ਹੋਏ ਸਨ ਕਿ ਉਹਨਾਂ ਦੀ ਉਸਤਤ ਉਹ ਆਪਣੀਆਂ ਕਵਿਤਾਵਾਂ ਦੁਆਰਾ, ਆਪਣੀਆਂ ਰਚਨਾਵਾਂ ਦੁਆਰਾ ਵੀ ਨਹੀਂ ਕਰ ਸਕਦਾ। ਇਹ ਸੀ ਕਵਿਤਾ ਆਰਤੀ, ਜੋ ਕਿ ਸ਼ਿਵ ਕੁਮਾਰ ਬਟਾਲਵੀ ਦੁਆਰਾ ਲਿਖੀ ਗਈ ਹੈ।